ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 22ਵਾਂ। ਚਾਂਦਨੀ ਚੌਂਕ ਦੇ ਪਿਛਵਾੜੇ ਵਾਲੀ ਇੱਕ ਗਲੀ ਵਿੱਚ ਇੱਕ ਵੱਡਾ ਸਾਰਾ ਮੰਦਿਰ ਹੈ, ਜਿਸ ਦੇ ਇੱਕ ਕਮਰੇ ਵਿੱਚ ਭਗਵੇਂ ਪੋਸ਼ ਮਹਾਤਮਾ ਦੇ ਦੁਆਲੇ ਸ਼ਰਧਾਲੂਆਂ ਦੀ ਚੋਖੀ ਭੀੜ ਹੈ। ਇਹਨਾਂ ਬਾਬਤ ਕਈ ਮੁਹੱਲਿਆਂ ਵਿੱਚ ਮਸ਼ਹੂਰ ਹੈ ਕਿ ਇਹ ਦਿਲ ਦੇ ਭੇਤ ਚਿਹਰਿਆਂ ਤੋਂ ਪੜ੍ਹ ਲੈਂਦੇ ਹਨ। ਇਹਨਾਂ ਬਾਰੇ ਹੋਰ ਵੀ ਬਹੁਤ ਸਾਰੀਆਂ ਕਰਾਮਾਤਾਂ ਦੀ ਚਰਚਾ ਹੈ। ਭਰ ਜਵਾਨੀ ਦੀ ਉਮਰ, ਸਿਰ ਤੇ ਜਟਾਂ, ਉੱਚਾ ਲੰਮਾ ਸਰੀਰ, ਮੱਥੇ ਤੇ ਤਿਲਕ, ਪੁੱਠੀ ਚੌਂਕੜੀ ਮਾਰੀ, ਦੋਵੇਂ ਬਾਹਾਂ ਗੋਡਿਆਂ ਤੇ ਟਿਕਾਈ, ਆਪ ਇਸ ਵੇਲੇ ਸਮਾਧੀ ਵਿੱਚ ਲੀਨ ਹਨ। ਕਥਾ ਦੀ ਸਮਾਪਤੀ ਹੋ ਚੁੱਕੀ ਹੈ, ਇਸ ਲਈ ਹੁਣ ਸੰਤਾਂ ਦੇ ਖਾਸ ਸ਼ਰਧਾਲੂ ਤੇ ਸ਼ਰਧਾਲਣਾ ਹੀ ਬੈਠੇ ਰਹਿ ਗਏ ਹਨ। ਬਾਕੀ ਸੰਗਤਾਂ ਘਰੋਂ ਘਰੀ ਚਲੀਆਂ ਗਈਆਂ ਹਨ। ਇਹਨਾਂ ਬੈਠਿਆਂ ਵਿੱਚੋਂ ਬਹੁਤੇ ਸੰਤਾਂ ਪਾਸੋਂ ਦਾਤਾਂ, ਕਰਾਮਾਤਾਂ ਤੇ ਗੁਰਮੰਤਰ ਲੈਣ ਵਾਲੇ ਹਨ। ਮਰਦਾਂ ਨਾਲੋਂ ਤੀਵੀਆਂ ਦੀ ਹਾਜ਼ਰੀ ਵਧੇਕ ਹੈ। ਉਂਝ ਤਾਂ ਹਰ ਵੇਲੇ ਹੀ ਇੱਥੇ ਰੌਣਕ ਰਹਿੰਦੀ ਹੈ, ਪਰ ਦੁਪਹਿਰਾਂ ਦੇ 4 ਵਜੇ ਖਾਸ ਤੌਰ ਤੇ ਭੀੜ ਹੋ ਜਾਂਦੀ ਹੈ। ਇਸ ਵੇਲੇ ਸੰਤਾਂ ਦਾ ਚਰਨਾਮਿਰਤ ਵੰਡਿਆ ਜਾਂਦਾ ਹੈ। ਚਰਨਾਮਿਰਤ ਕੋਈ ਸਧਾਰਨ ਚੀਜ਼ ਨਹੀਂ, ਸਗੋਂ ਸੰਤਾਂ ਦੀ ਕਰਾਮਾਤ ਦਾ ਇੱਕ ਅਲੌਕਿਕ ਚਮਤਕਾਰ ਹੈ। ਅਰਥਾਤ ਫਿੱਕੀ ਸ਼ਰਧਾਈ ਨੂੰ ਸੰਤ ਕੇਵਲ ਹੱਥ ਦੀ ਛੋਹ ਨਾਲ ਮਿੱਠੀ ਕਰ ਦਿੰਦੇ ਹਨ। ਸ਼ਰਧਾਈ ਕੁੱਟਣੀ ਸ਼ੁਰੂ ਹੋ ਗਈ ਸੀ। ਬੇਉੜਕ ਪ੍ਰੇਮੀ ਸਾਹਮਣੇ ਬੈਠੇ ਸਨ। ਕਿਸੇ ਨੇ ਮਿੱਠਾ ਨਹੀਂ ਸੀ ਪਾਇਆ, ਕੇਵਲ ਬਦਾਮ, ਮਗਜ਼ ਤੇ ਥੋੜੀ ਜਿਹੀ ਸ਼ਿਵਾ ਦੀ ਬੂਟੀ ਹੀ ਪਾਈ ਗਈ। ਜਦ ਇਹ ਘੁੱਟ ਕੇ ਤਿਆਰ ਹੋ ਗਈ ਤਾਂ ਸੰਤਾਂ ਦੇ ਦੋ ਤਿੰਨਾਂ ਖਾਸ ਸ਼ਰਧਾਲੂਆਂ ਨੇ ਉਹਨਾਂ ਅੱਗੇ ਪੁੰਨਣ ਲਈ ਬੇਨਤੀ ਕੀਤੀ। ਸੰਤਾਂ ਨੇ ਕਿੱਲੀ ਨਾਲੋਂ ਇੱਕ ਵੱਡਾ ਸਾਰਾ ਪਰਨਾ ਉਤਾਰਿਆ ਤੇ ਮੂੰਹ ਵਿੱਚ ਹੀ ਕੁਝ ਪੜਦਿਆਂ ਸ਼ਰਧਾਈ ਪੁੰਨਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸੇ ਸ਼ਰਧਾਈ ਨਾਲ ਸੰਤਾਂ ਦੇ ਚਰਨ ਧੋਤੇ ਗਏ। ਫਿਰ ਸਭ ਨੂੰ ਚਰਨਾਮਿਰਤ ਵੰਡਿਆ ਜਾ ਰਿਹਾ ਸੀ। ਉਧਰ ਸੰਤ ਆਪਣੇ ਆਸਨ ਤੇ ਬੈਠ ਕੇ ਸਮਾਧੀ ਵਿੱਚ ਜੁੜ ਗਏ। ਕਿਹਾ ਜਾਂਦਾ ਸੀ ਇਸ ਵੇਲੇ ਸੰਤਾਂ ਵਿੱਚ ਚਾਰੇ ਦੇਵੀਆਂ ਪ੍ਰਵਿਸ਼ਟ ਹੁੰਦੀਆਂ ਹਨ। ਇਹੋ ਸਮਾਂ ਹੁੰਦਾ ਸੀ ਜਦ ਸੰਤ ਸਾਰਿਆਂ ਪ੍ਰੇਮੀਆਂ ਵਿੱਚੋਂ ਕਿਸੇ ਇੱਕ-ਅੱਧ ਉੱਤੇ ਮਿਹਰ ਦੀ ਨਜ਼ਰ ਕਰਦੇ ਸਨ ਤੇ ਸੰਤਾਂ ਦੇ ਅੰਦਰੋਂ ਦੇਵੀਆਂ ਉਹਨਾਂ ਦੀ ਜ਼ੁਬਾਨ ਥਾਣੀ ਬੋਲਦੀਆਂ ਸਨ। ਚਰਨਾਮਿਰਤ ਲੈਣ ਤੋਂ ਬਾਅਦ ਸਾਰੀ ਸੰਗਤ ਸੰਤਾਂ ਦੇ ਹਜ਼ੂਰ ਆ ਬੈਠੀ। ਹਰ ਇੱਕ ਨੂੰ ਇਹੋ ਤਾਂਘ ਸੀ ਕਿ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਅੱਜ ਉਸ ਉੱਤੇ ਹੋ ਜਾਵੇ। ਅੱਧਾ ਪੌਣਾ ਘੰਟਾ ਸੰਤ ਉਸੇ ਤਰ੍ਹਾਂ ਅਡੋਲ ਸਮਾਧੀ ਵਿੱਚ ਰਹੇ। ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਖੁੱਲੀਆਂ। ਸਾਰਿਆਂ ਦਾ ਧਿਆਨ ਖਿੱਚਿਆ ਗਿਆ। ਸੰਤਾਂ ਨੇ ਸਭ ਤੋਂ ਪਹਿਲਾਂ ਆਪਣੇ ਨੇੜੇ ਬੈਠੇ ਇੱਕ ਪ੍ਰੇਮੀ ਵੱਲ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਸ ਨੂੰ ਸੰਬੋਧਨ ਕਰਕੇ ਬੋਲੇ, ਕਹੋ ਸੇਠ ਜੀ, ਆਨੰਦ ਹੋ, ਮਹਾਰਾਜ ਦੀ ਬੜੀ ਕਿਰਪਾ। ਸੁਣਾਓ, ਕੁਛ ਭੋਜਨ ਕਰਿਆ ਕਰਤੇ ਹੋ? ਮਹਾਰਾਜ, ਜਿਸ ਦਿਨ ਦਾ ਤੁਸਾਂ ਗੁਰਮੰਤਰ ਦੇਣ ਦੀ ਕਿਰਪਾ ਕੀਤੀ ਹੈ, ਰੋਜ਼ ਪ੍ਰਭਾਤ ਵੇਲੇ ਉੱਠਦਾ ਹਾਂ, ਪਰ ਮਨ ਇਕਾਗਰ ਨਹੀਂ ਹੁੰਦਾ, ਇਹਦਾ ਕੋਈ ਉਪਾਅ ਦੱਸੋ। ਸੰਤਾਂ ਅੱਖਾਂ ਮੀਟਦੇ ਹੋਏ ਬੋਲੇ, मन बंदर की न्यायी है, परंतु चित किया बिरतियां जब पर्यंत वश में ना की करिए, तब लग इस मन की भटकना जो है सो नहीं मिटती। पूर्वले जन्मा के संस्कारां का जो है सो फल मनुख क्या फुरनिया में जा वड़ता है। महाराज, पूरले संस्कारां दे असर नूं फिर कीकन मिटाया जावे? भई संस्कारां दे मिटावने दा कोई मंत्र तो हमारे पास है नहीं। संगत करने से जो है सो ज्ञान की प्राप्ति होती है, और ज्ञान के प्राप्त होने ते संस्कारां का प्रभाव जो है सो मिट जाता है। जब संस्कारां का प्रभाव मिट जावे तब मन की मलिनता जो है सो दूर होवती और परम पार ब्रह्म परमात्मा की ज्योत का साक्षात दर्शन होता है। जैसे मैले पानी के बीच में सूरज का प्रतिबिंब नहीं दिखता, तैसे ही मलिन आत्मा के बीच में जो है सो ब्रह्म का आभास नहीं होता। जीव ब्रह्म स्वरूप है, परंतु माया के भेद भाव के मनुष्य के जो हैं सो ज्ञान चक्षु बंद हो जाते हैं, और बुद्धि जो है सो विषया विकारा में जा पड़ती है और जीव की चेतन सत्ता को अचेत कर देती है। इसी कारण ते जो है सो ब्रह्म का आभास नहीं होता है। महाराज, माया दा मोह बड़ा दुखी करता है, हर वेले कोई ना कोई चिंता घेरी रखती है। माया तो राम के भक्त सारियां उपाधियां का मूल कारण है। माया ही तो जीवों को जो है सो 84 लाख जोनियों में भटकावती है। जिज्ञासु को सब कर्मा ते पहले माया का मोह जो है सो तोड़ना चाहिए, इसके बिना मोक्ष की प्राप्ति कदाचित नहीं होती है। महाराज, मैं ਇਹੋ अर्ज ਕਰਨ ਲਈ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਕਿ ਮੈਨੂੰ ਮਾਇਆ ਦੇ ਮੋਹ ਤੋਂ ਛੁਡਾਓ।
माया का मोह तो तभी छूटेगा जब तुम माया को शुभ मार्ग में, संता की सेवा में तथा पुण्य दान में लगाओगे। हरिद्वार में एक जो है सो बड़ा विशाल मंदिर बनने वाला है, उसके बीच में माया लगाओ। अमृतसर की एक माई ने जो है सो लाख रुपया वहां खर्च करने की प्रतिज्ञा करी है, तुम भी उद्यम करो। सत बचन महाराज, मैं जरूर कोशिश करांगा। उस प्रेमी ਵੱਲੋਂ ਧਿਆਨ ਮੋੜ ਕੇ ਸੰਤਾਂ ਨੇ ਠੰਡਾ ਸਾਹ ਭਰਦਿਆਂ ਹੋਇਆ ਕਿਹਾ, हे परम ब्रह्म परमात्मा, अपनी दया कर, मैं अदम नीच हाँ। ਇਹ ਨਿਰਮਾਨਤਾ ਦੇ ਬਚਨ ਸੁਣ ਕੇ ਸਭਨਾਂ ਦੇ ਸਿਰ ਝੁਕ ਗਏ। ਸੰਤਾਂ ਦੀ ਨਜ਼ਰ ਸਾਰੇ ਸਤਸੰਗੀਆਂ ਤੇ ਸਤਸੰਗਨਾਂ ਉੱਤੇ ਫਿਰਦੀ ਹੋਈ ਅੰਤ ਇੱਕ ਮੈਲੇ ਭੋਸ਼ਨ ਵਿੱਚੋਂ ਚਮਕਦੇ ਚਿਹਰੇ ਉੱਤੇ ਜਾ ਟਿਕੀ, ਜਿਸ ਦੀਆਂ ਅੱਖਾਂ ਵਿੱਚ ਵਿਖਾਰ ਦੇ ਅਥਰੂ ਸਨ। ਇੱਕ ਵਾਰੀ ਅੱਖਾਂ ਬੰਦ ਕਰਕੇ ਤੇ ਫਿਰ ਹੌਲੇ-ਹੌਲੇ ਖੋਲਦੇ ਹੋਏ ਸੰਤ ਉਸ ਨੂੰ ਕਹਿਣ ਲੱਗੇ, कहो देवी, तू क्या चाहती है? तू अपने मन के बीच में जो है सो संत की परीक्षा लेने आई है? शरदा नाल सिर निवांदी हुई मनोरमा बोली, नहीं महाराज, मैं ते दर्शन करन आई हाँ। मैं बड़ी दुखी हाँ। तुम्हारे को जो है सो माया दी बहुत तंगी रहती है, यही दुख है तुमको? जी महाराज। और सारियां बातां में बड़ी चिंता तेरे मन में जो है सो ये है कि तेरे सिर पर कर्ज चढ़ता जावता है, उसी के उतारने का फिक्र तू कर रही है। इसे चिंता ने महाराज मेरी रत सुकाई हुई है। आज भी वड्डे वेले इसे पिछले जन्म के बीच में जो है सो देवी माता की कोई बड़ी भारी अवज्ञा पई है तेरे से, इस कारण ते जो है सो तेरे ऊपर देवी माता की क्रोपी आन पड़ी है। मनोरमा संतां दे चरनां ते जा डिग्गी, महाराज तुसी जानी जान हो, साडा कष्ट कदों दूर होवेगा? संत बोले, भाग का चक्कर जो है सो उल्टा चल गया है। असल में तेरा संयोग किसी और के साथ था, परंतु नक्षत्रों के फेर करके दूसरे के साथ हो गया। होनी बलवान है, पर यत्न करने ते जो है सो दुखों का निवारण करया जा सकता है। महाराज मेरे ते मेहर करो, असी बहुत दुखी हाँ। तुम्हारी माया की तंगी जो है सो दूर हो जाएगी, जा तेरे पति को नौकरी मिल जाएगी, परंतु पूरा कष्ट दूर होने में जो है सो कुछ जास्ती समा लगेगा। नौकरी मिल जाएगी? इस वाक ने मनोरमा दी मुरझाई आत्मा नूं खेड़ दिता। एक बारी फिर उसका सिर संतां दे चरनां ते झुकिया। संत बोले, पूरा कष्ट दूर करने के प्रयोजन से जो है सो 40 दिन तुमको देवी माता का चरणामृत लेना होगा, समझी? सिर के बल होके महाराज, मनोरमा ने गदगद होके कहा। अच्छा जाओ, परमात्मा भली करेगा, सत्संग करया करो और अभ्यास किया करो। कह के संत उठे। सारे सत्संगी भी उठ खड़ोते ते चरण छूंदे मत्था टेकदे हुए घरी रवाना हो गए। सब दे चले जाण तो बाद एक प्रेमी सेठ ने, जिस नाल संतां ने मनोरमा नाल गल्लां करदिआं इशारा कीता सी, इक्कल वांझे होके संतां नाल झटकू गल्लां कीतीआं। इस तो बाद वो अपनी बग्गी विच बैठ के चला गया ते संत भी अपनी कुटिया वल पधारे। अंक 23वां। महात्मा अपने मकान ते पुजे, जिसनूं कुटिया किया जांदा सी। ਇਹ ਆਲੀਸ਼ਾਨ 3 ਮੰਜ਼ਲਾ ਮਕਾਨ ਸੀ, ਜਿਹੜਾ ਸੰਤਾਂ ਲਈ ਹੁਣੇ-ਹੁਣੇ ਇੱਕ ਪ੍ਰੇਮਨ ਮਾਈ ਨੇ 15-20 ਹਜ਼ਾਰ ਦੀ ਲਾਗਤ ਨਾਲ ਬਣਵਾਇਆ ਹੈ। ਇੱਕ ਚੇਲੇ ਨੇ ਸੰਤਾਂ ਨੂੰ ਪੌੜੀਆਂ ਚੜ੍ਹਦਿਆਂ ਵੇਖਿਆ ਤੇ ਝਟਪਟ ਉਹਨਾਂ ਦੇ ਆਰਾਮ ਕਮਰੇ ਦਾ ਬੂਹਾ ਖੋਲ੍ਹ ਦਿੱਤਾ। ਕਮਰਾ ਸਜਿਆ ਹੋਇਆ ਹੈ। ਇੱਕ ਪਾਸੇ ਝੂਲਣੇ ਦੀ ਤਰ੍ਹਾਂ ਪਲੰਘ ਵਿਛਿਆ ਹੋਇਆ ਹੈ, ਜਿਸ ਦਾ ਰੇਸ਼ਮੀ ਬਿਸਤਰਾ ਇਤਨਾ ਗੁਦਗੁਦਾ ਹੈ ਕਿ ਉਸ ਉੱਤੇ ਬੈਠਾ ਆਦਮੀ ਅੱਧੇ ਤੋਂ ਵਧੇਕ ਵਿੱਚ ਧਸ ਜਾਵੇ। ਅੰਦਰ ਆਉਂਦੇ ਹੀ ਸੰਤ ਇਸ ਪਲੰਘ ਤੇ ਬਿਰਾਜ ਗਏ। ਉਹਨਾਂ ਨੂੰ ਬੈਠਿਆਂ ਅਜੇ 5-10 ਮਿੰਟ ਹੀ ਹੋਏ ਸਨ ਕਿ ਬੂਹੇ ਨੂੰ ਜ਼ੋਰ ਦਾ ਧੱਕਾ ਮਾਰ ਕੇ ਇੱਕ 20-22 ਵਰ੍ਹਿਆਂ ਦੀ ਮੁਟਿਆਰ ਅੰਦਰ ਦਾਖਲ ਹੋਈ, ਜਿਸ ਦਾ ਚਿਹਰਾ ਗੁੱਸੇ ਨਾਲ ਲਾਲ ਤੇ ਅੱਖਾਂ 'ਚੋਂ ਚਿਨਗਾਂ ਤਿੜਕ ਰਹੀਆਂ ਸਨ। ਉਸ ਦਾ ਰੰਗ ਢੰਗ ਵੇਖ ਕੇ ਸੰਤ ਕੁਝ ਧਮਕੇ ਤੇ ਫਿਰ ਪੁੱਛਣ ਲੱਗੇ, ਗੰਗੀਏ ਕਿਉਂ ਅੱਜ ਇਸ ਤਰ੍ਹਾਂ ਏ? ਸੁੱਖ ਤੇ ਹੈ? ਉਹ ਚੁੱਪ ਰਹੀ, ਪਰ ਕ੍ਰੋਧ ਉਸ ਉੱਤੇ ਹੋਰ ਤੇਜ਼ ਹੋ ਗਿਆ। ਉਸ ਦੀ ਬਾਂਹ ਫੜ ਕੇ ਆਪਣੇ ਸੱਜੇ ਪਾਸੇ ਪਲੰਘ ਤੇ ਬਿਠਾਉਣ ਦਾ ਯਤਨ ਕਰਦੇ ਹੋਏ ਸੰਤ ਬੋਲੇ, ਗੱਲ ਕੀ ਹੈ? ਪਰ ਝਟਕੇ ਨਾਲ ਬਾਂਹ ਛੁਡਾਉਂਦੀ ਹੋਈ ਗੰਗਾ ਦੇਈ ਸ਼ੇਰਨੀ ਵਾਂਗ ਭਪਕੀ, ਮੈਨੂੰ ਇਹ ਰੋਜ਼-ਰੋਜ਼ ਦਾ ਕੁਪੱਤ ਨਹੀਂ ਪਾਉਂਦਾ। ਸੰਤ ਕਹਿਕਾ ਮਾਰ ਕੇ ਹੱਸੇ ਤੇ ਆਪਣੇ ਭਗਵੇਂ ਚੋਲੇ ਨੂੰ ਮਰੋੜਦੇ ਹੋਏ ਬੋਲੇ, ਕੁਪੱਤ? ਕੀ ਕੁਪੱਤ ਕੀਤਾ ਮੈਂ ਤੇਰੇ ਨਾਲ? ਗੁੱਸੇ ਨਾਲ ਬੁੱਲ ਫਰਕਾਂਦੀ ਹੋਈ ਗੰਗਾ ਦੇਈ ਬੋਲੀ, ਹੋਰ ਮੇਰੇ ਸਿਰ ਸੁਆਹ ਪਾਣੀ ਓ? ਹਜੇ ਕਹਿਣਾ ਏ ਕੀ ਕੁਪੱਤ ਕੀਤਾ ਏ? ਉਸੇ ਤਰ੍ਹਾਂ ਲਾਪਰਵਾਹੀ ਭਰੇ ਹਾਸੇ ਵਿੱਚ ਸੰਤ ਬੋਲੇ, ਪਰ ਗੱਲ ਤੇ ਦੱਸ, ਐਵੇਂ ਸ਼ੀ ਖੋਖਰ ਹੋਣ ਡਈ ਏ, ਕਸੂਰ ਕੀ ਡਿੱਠਾ ਈ ਮੇਰਾ? ਹਜੇ ਕਹਿਣਾ ਏ ਕਸੂਰ ਕੀ ਡਿੱਠਾ ਈ?
ਕਹਿੰਦਿਆਂ ਹੋਇਆਂ ਗੰਗਾ ਦੇਈ ਨੇ ਅਲਮਾਰੀ 'ਚੋਂ ਖੁੱਲ੍ਹਿਆ ਲਿਫਾਫਾ ਕੱਢ ਕੇ ਉਸਦੇ ਅੱਗੇ ਰੱਖ ਦਿੱਤਾ। ਸੰਤਾਂ ਨੇ ਲਿਫਾਫੇ ਵਿੱਚੋਂ ਚਿੱਠੀ ਕੱਢ ਕੇ ਪੜ੍ਹੀ ਤੇ ਪੜ੍ਹਦਿਆਂ ਹੀ ਉਹਨਾਂ ਦਾ ਰੰਗ ਫੱਕ ਹੋ ਗਿਆ। ਮੋਰ ਦੱਸਦੀ ਸੀ ਕਿ ਚਿੱਠੀ ਅੰਮ੍ਰਿਤਸਰੋਂ ਆਈ ਹੈ। ਪੜ੍ਹਦਿਆਂ ਸੰਤਾਂ ਨੂੰ ਜਿਹੜੀ ਘਬਰਾਹਟ ਹੋਈ ਉਸ ਨੂੰ ਚਿੱਠੀ ਸਮਾਪਤ ਕਰਦਿਆਂ ਤੀਕ ਉਹਨਾਂ ਨੇ ਠੱਲ ਲਿਆ। ਨਾਲ ਹੀ ਇਸ ਦੀ ਵੀ ਤਿਆਰੀ ਕਰ ਲਈ ਕਿ ਗੰਗਾ ਦੇਈ ਨੂੰ ਇਸ ਬਾਬਤ ਕੀ ਕਹਿ ਕੇ ਉਸ ਦਾ ਭਰਮ ਦੂਰ ਕਰਨਾ ਹੋਵੇਗਾ। ਚਿੱਠੀ ਨੂੰ ਬੇਪਰਵਾਹੀ ਨਾਲ ਪਲੰਘ ਦੇ ਗਦੈਲੇ ਹੇਠ ਰੱਖਦਿਆਂ ਹੋਇਆਂ ਸੰਤਾਂ ਨੇ ਫਿਰ ਗੰਗਾ ਦੇਈ ਵੱਲ ਤੱਕਿਆ, ਪਰ ਉਹਨਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲੀ, ਵੇਖ ਲਈ ਆਪਣੀ ਕਰਤੂਤ, ਰੁੜ ਜਾਣਿਆ ਮੁਸ਼ਟੰਡਿਆ, ਆ ਹੁਣ ਬਸ ਕਰ, ਸਬਰ ਪਵੇ ਤੈਨੂੰ ਇਹੋ। ਵਿੱਚੋਂ ਹੀ ਸੰਤ ਬੋਲੇ, ਗੰਗੀਏ ਤੈਨੂੰ ਅੱਜ ਹੋ ਕੀ ਗਿਆ ਏ? ਐਵੇਂ ਨਹੀਂ ਸ਼ੱਕ ਕਰੀਦਾ ਕਿਸੇ ਭਲੇ ਘਰ ਦੀ ਤੀਵੀਂ ਉੱਤੇ। ਮੈਂ ਭਲੇ ਘਰ ਦੀ ਤੀਵੀਂ ਉੱਤੇ ਸ਼ੱਕ ਨਹੀਂ ਕਰਦੀ, ਇਸ ਸਾਨ ਦਾ ਸਿਆਪਾ ਕਰਦੀ ਹਾਂ ਜਿਸਨੇ ਮੇਰੀ ਬੇੜੀ ਵਿੱਚ ਵੱਟੇ ਪਾਏ ਨੇ ਤੇ ਹੁਣ ਹੋਰ। ਫਿਰ ਗੱਲ ਟੋਕ ਕੇ ਸੰਤ ਬੋਲੇ, ਗੰਗੀਏ ਧੀਰਜ ਨਾਲ ਗੱਲ ਕਰ, ਮੈਂ ਤੈਨੂੰ ਸਭ ਕੁਝ ਦੱਸਣਾ ਵਾਂ। ਤੈਨੂੰ ਸ਼ੱਕ ਹੈ ਭਈ ਉਹਨੇ ਮੈਨੂੰ ਅੰਮ੍ਰਿਤਸਰ ਕਾਹਦੇ ਲਈ ਸੱਦਿਆ ਏ? ਉਹਨੇ ਗੁਰਮੰਤਰ ਲੈਣ ਲਈ ਸੱਦ ਘੱਲਿਆ ਵੇ ਮੈਨੂੰ। ਇਸ ਵਿੱਚ ਭਲਾ ਸ਼ੱਕ ਕਰਨ ਵਾਲੀ ਕਿਹੜੀ? ਪਰ ਇਹ ਚਿੱਠੀ ਤੇਰੇ ਹੱਥ ਕੀਕਣ ਆ ਗਈ? ਗੁਰਮੰਤਰ ਸ਼ਬਦ ਨੇ ਗੰਗਾ ਦੇਈ ਦੇ ਕ੍ਰੋਧ ਨੂੰ ਹੋਰ ਭਿਆਨਕ ਬਣਾ ਦਿੱਤਾ। ਉਹ ਮੂੰਹ ਬਣਾ ਕੇ ਬੋਲੀ, ਗੁੜਮੰਤੜ ਲੈਣ ਲਈ ਸੱਦਿਆ ਵੇ ਉਹਨੇ ਤੈਨੂੰ? ਮੈਨੂੰ ਵੀ ਤੇ ਤੂੰ ਗੁਰਮੰਤਰ ਹੀ ਦੇਣ ਲਈ ਨਾਲ ਲਿਆਂਦਾ ਸੀ ਨਾ। ਘਰੋਂ ਬਾਹਰੋਂ ਮੈਂ ਵੱਖਰੀ ਪੁੱਟੀ ਗਈ, ਇੱਜ਼ਤ ਆਬਰੋ ਮੇਰੀ ਤੂੰ ਲੁੱਟ ਲਈ, ਰੁਪਈਆ ਮੇਰਾ ਤੂੰ ਸਾਰਾ ਮਕਾਨ ਤੇ ਫੂਕ ਦਿੱਤਾ। ਹੁਣ ਲੱਗਾ ਏ ਹੋਰ ਪਾਸੇ ਅੱਖਾਂ ਲੜਾਨ, ਤੇਰਾ ਬੇੜਾ ਗਰਕ ਹੋਵੇ, ਕਿਉਂ ਮੇਰੀ ਰੱਤ ਨਹਾਉਣ ਲੱਗਾ ਏ? ਕਹਿੰਦੀ ਗੰਗਾ ਦੇਈ ਭੁੱਬਾ ਮਾਰ ਕੇ ਰੋਣ ਲੱਗੀ। ਜਿਉਂ-ਜਿਉਂ ਉਸਦੀ ਆਵਾਜ਼ ਉੱਚੀ ਹੁੰਦੀ ਜਾਂਦੀ ਸੀ, ਸੰਤ ਉਸ ਵੱਲੋਂ ਲਾਪਰਵਾਹ ਹੁੰਦੇ ਜਾਂਦੇ ਸਨ। ਇੱਥੋਂ ਤੱਕ ਕਿ ਉਸ ਵੱਲੋਂ ਧਿਆਨ ਹਟਾ ਕੇ ਕੋਲ ਤਰਪਾਈ ਉੱਤੇ ਪਈ ਹੋਈ ਇੱਕ ਪੋਥੀ ਫੜ ਬੈਠੇ ਤੇ ਉਸਦੇ ਵਰਕੇ ਫੋਲਣ ਲੱਗੇ। ਇਸ ਲਾਪਰਵਾਹੀ ਦਾ ਗੰਗਾ ਦੇਈ ਉੱਤੇ ਮਾਰੂ ਅਸਰ ਹੋਇਆ। ਜਦ ਉਸਨੇ ਵੇਖਿਆ ਕਿ ਉਸਦੇ ਰੋਣ ਚਿল্ਲਾਉਣ ਦਾ ਕੁਝ ਵੀ ਲਾਭ ਨਹੀਂ ਤਾਂ ਉੱਠ ਕੇ ਅਗਾਂਹ ਵਧੀ ਤੇ ਸੰਤਾਂ ਦੇ ਗਲ ਵਿਚਲੇ ਬੋਸਕੀ ਦੇ ਦੁਪੱਟੇ ਨੂੰ ਫੜ ਕੇ ਖਿੱਚਦੀ ਹੋਈ ਬੋਲੀ, ਬਸ ਜੇ ਭਲਾ ਮਾਨਸੇ ਤਾਂ ਮੇਰਾ 16,000 ਰੁਪਈਆ ਜਿਹੜਾ ਮਕਾਨ ਤੇ ਲਾਇਆ ਮੇਰੇ ਹਵਾਲੇ ਕਰ। ਮੇਰੇ ਕੋਲ ਕਾਠ ਖੱਫਣ ਜੋਗਾ ਇਹੋ ਕੁਝ ਸੀ। ਫਿਰ ਤੂੰ ਜਾਣ, ਤੇਰਾ ਕੰਮ ਜਾਣੇ, ਮੈਂ ਇਸ ਨਾਲ ਆਪਣੀ ਦਿਨ ਕੱਟੀ ਕਰ ਲਵਾਂਗੀ। ਮਖੌਲ ਵਿੱਚ ਸੰਤ ਬੋਲੇ, ਗੰਗੀਏ ਹਜੇ ਤੀਕ ਦਿਨ ਕੱਟੀ ਦਾ ਖਿਆਲ ਤੇਰੇ ਦਿਲ ਵਿੱਚੋਂ ਨਹੀਂ ਨਿਕਲਿਆ? ਇੱਕ ਮਹਾਤਮਾ ਦੀ ਸੇਵਕਾ ਨੂੰ ਇਹ ਸ਼ਬਦ ਭੁੱਲ ਕੇ ਵੀ ਮੂੰਹ ਨਹੀਂ ਕੱਢਣੇ ਚਾਹੀਦੇ। ਚੁੱਲ੍ਹੇ 'ਚ ਪਿਆ ਤੇਰਾ ਮਹਾਤਮਾ ਪੁਣਾ। ਕਹਿੰਦੀ ਹੋਈ ਗੰਗਾ ਦੇਈ ਉਸਦੇ ਦੁਪੱਟੇ ਨੂੰ ਹੋਰ ਘੁੱਟ ਕੇ ਬੋਲੀ, ਮੈਂ ਤੇ ਹੁਣ ਇੱਕ ਦੋ ਨੂੰ ਇੱਕ ਕਰਕੇ ਰਹਿਣਾ ਏ। ਤੇਰੇ ਲੱਛਣ ਵੇਖਦੀ ਮੈਂ ਤੰਗ ਆ ਗਈ ਹਾਂ। ਮੈਨੂੰ ਪਿਆ ਦਿਸਦਾ ਸੀ ਕਿ ਤੂੰ ਕੋਈ ਨਾ ਕੋਈ ਬੋੜ ਲਿਆ ਬੀਜਣਾ ਏ ਮੇਰੀ ਹਿੱਕ ਉੱਤੇ। ਬਸ ਹਜੇ ਹੀ ਮੇਰਾ ਫੈਸਲਾ ਕਰੇਗਾ ਤਾਂ ਛੱਡਾਂਗੀ। ਹੱਥ ਨਾਲ ਉਸ ਦੁਪੱਟੇ ਦੇ ਦੋਵੇਂ ਲੜ ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਸੰਤ ਕਹਿਣ ਲੱਗੇ, ਵੇਖ ਗੰਗੀਏ, ਇਸ ਤਰ੍ਹਾਂ ਪਾਗਲਪੁਣਾ ਨਾ ਕਰ, ਕੋਈ ਸੁਣੇਗਾ ਤਾਂ ਕੀ ਕਹੇਗਾ? ਮੈਂ ਗੁਰੂ ਦੀ ਸਹੁੰ ਖਾ ਕੇ ਕਹਿੰਨਾ ਉਸਨੇ ਸਿਰਫ ਮੂਲ ਮੰਤਰ ਲੈਣ ਲਈ ਸੱਦਿਆ ਵੇ ਮੈਨੂੰ। ਮੈਂ ਜਾਣਨੀ ਆ ਤੇਰੇ ਮੂਲ ਮੰਤਰਾਂ ਨੂੰ, ਮੈਂ ਜਾਣਨੀ ਆ ਤੇਰੇ ਗੁਰਮੰਤਰਾਂ ਨੂੰ। ਪਰ ਉਹ ਤੇ ਵਿਚਾਰੀ ਬੁੱਢੀ ਠੇਰੀਏ ਗੰਗੀ, ਤੈਨੂੰ ਕੀ ਵਹਿਮ ਖਾ ਗਿਆ? ਬੁੱਢੀ ਠੇਰੀਏ ਤਾਈਏ ਲੱਖ ਰੁਪਈਆ ਮੁੱਛਣ ਲੱਗਾ ਵੇ ਨਾ ਵਿਚਾਰੀ ਕੋਲੋਂ। ਹਰੇ ਰਾਮ, ਇਹ ਤੂੰ ਕੀ ਪਈ ਆਖਨੀ ਏ? ਕਿਸੇ ਦੀ ਮਾਇਆ ਨਾਲ ਸਾਨੂੰ ਕੀ? ਉਹ ਤੇ ਉਸਦੀ ਆਪਣੀ ਸ਼ਰਧਾ ਏ ਮੰਦਰ ਬਣਵਾਉਣ ਦੀ। ਮੈਂ ਤਾਂ ਸਿਰਫ ਉਹਨੂੰ ਪ੍ਰੇਰਣਾ ਕੀਤੀ ਸੀ। ਮੂੰਹ ਚਿੜਾ ਕੇ ਉਹ ਬੋਲੀ, ਤਾਈਏ ਐਡੇ ਮੜ ਉਸਾਰਨ ਡਿਆ ਹੋਇਆ ਏ। ਮੈਂ ਜਾਣਨੀ ਆ ਤੇਰੀਆਂ ਸਾਰੀਆਂ ਕਰਤੂਤਾਂ। ਬਸ ਮੇਰਾ ਰੁਪਈਆ ਸੁੱਟ ਇੱਥੇ ਤੇ ਜੋ ਜੀ ਕਰਦਾ ਏ ਖੇ ਖਾਂਦਾ ਫਿਰ। ਜਿੱਥੇ ਮੇਰੇ ਸਿੰਘ ਸਮਾਣਗੇ ਮੈਂ ਸਮਾ ਲਵਾਂਗੀ। ਸੰਤਾਂ ਉੱਤੇ ਵੀ ਕ੍ਰੋਧ ਸਵਾਰ ਹੋ ਗਿਆ। ਇੱਕਦਮ ਉਹਨਾਂ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਤੇ ਹਾਸਾ ਹਿੰਸਕ ਰੂਪ ਵਿੱਚ ਵਟ ਗਿਆ। ਉਹਨਾਂ ਝਟਕੇ ਨਾਲ ਦੁਪੱਟਾ ਛੁਡਾ ਕੇ ਗੰਗਾ ਦੇਈ ਨੂੰ ਪਰੇ ਧੱਕਦਿਆਂ ਹੋਇਆ ਕਿਹਾ, ਸਿਰ ਤੇ ਨਾ ਚੜ੍ਹਦੀ ਜਾ ਬਹੁਤੀ, ਵੱਡੀ ਕੋਠੀਦਾਰ ਦੀ ਰੰਨ ਆਈ ਏ ਮੈਥੋਂ ਰੁਪਏ ਲੈਣ ਵਾਲੀ। ਕਿਹੜੀਆਂ ਥੈਲੀਆਂ ਦਿੱਤੀਆਂ ਈ ਮੈਨੂੰ? ਮੈਂ ਤੇਰੇ ਰੁਪਏ ਦਾ ਭੁੱਖਾ ਬੈਠਾ ਹੋਇਆ? ਕੁਪੱਤੀ ਨਾ ਹੋਵੇ ਤੇ ਲੱਗੀ ਏ ਰੋਹ ਪਾਣ। ਗੰਗਾ ਦੇਈ ਦਾ ਸਬਰ ਹੋਰ ਵੀ ਬੇਕਾਬੂ ਹੋ ਗਿਆ। ਉਸਨੇ ਅਗਾਂਹ ਵੱਧ ਕੇ ਦੁਬਾਰਾ ਸੰਤਾਂ ਨੂੰ ਫੜਨਾ ਚਾਹਿਆ, ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਧੱਕਾ ਮਾਰ ਕੇ ਉਹਨੂੰ ਕਈਆਂ ਕਦਮਾਂ ਤੇ ਸੁੱਟ ਦਿੱਤਾ। ਗੰਗਾ ਦੇਈ ਜੋ ਮੂੰਹ ਆਇਆ ਬੋਲਣ ਲੱਗੀ, ਮੱਥੇ ਤੇ ਦੁਹੱਥੜਾ ਮਾਰ ਕੇ ਕਹੀ ਜਾਂਦੀ, ਮੇਰਾ ਰੁਪਈਆ ਹਵਾਲੇ ਕਰ, ਨਹੀਂ ਤੇ ਮੈਂ ਹੁਣੇ ਅਦਾਲਤ ਵਿੱਚ ਜਾ ਕੇ ਭਾਂਡਾ ਭੰਨ ਦਿਆਂਗੀ। ਤੇਰੇ ਸਾਰੇ ਗੁੱਝੇ ਭੇਤ ਮੇਰੇ ਕੋਲ ਨੇ। ਬੇਪਰਵਾਹੀ ਨਾਲ ਪਲੰਘ ਤੋਂ ਉੱਠ ਕੇ ਕਮਰਿਓਂ ਬਾਹਰ ਨਿਕਲਦੇ ਹੋਏ ਸੰਤ ਕਹਿੰਦੇ ਗਏ, ਠੀਕ ਹੈ, ਤੇਰਾ ਰੁਪਈਆ ਭਲਾ ਉਦਲ ਗਈਆਂ ਨੂੰ ਵੀ ਕਦੇ ਕਿਸੇ ਦਾਜ ਦਿੱਤੇ ਨੇ? ਇਹ ਵਾਕ ਗੰਗਾ ਦੇਈ ਨੂੰ ਤੀਰ ਬਣ ਕੇ ਵੱਜਾ। ਉਹ ਉੱਠ ਖੜੋਤੀ ਤੇ ਕੰਬਦੀ ਹੋਈ ਬੋਲੀ,
ਉਦਲ ਗਈਆਂ ਦਾਜ ਲੈ ਕੇ ਛੱਡਣਗੀਆਂ। ਸੰਤ ਫਿਰ ਪਛਾਂ ਮੁੜ ਆਏ ਤੇ ਗੁੱਸੇ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਬੋਲੇ, ਕੀ ਕਰ ਲਵੇਂਗੀ ਤੂੰ ਮੇਰਾ? ਜਿਉਂ-ਜਿਉਂ ਲਿਹਾਜ਼ ਕਰਨਾ ਵਾ, ਤੂੰ ਸਗੋਂ ਸਿਰ ਤੇ ਚੜੀ ਜਾਨੀ ਏ। ਜਾ ਜੋ ਲੱਗਦਾ ਈ ਜ਼ੋਰ ਲਾ ਲੈ ਜਾ ਕੇ। ਰੁਲਦੀ ਖੁਲਦੀ ਨੂੰ ਲਿਆ ਕੇ ਤਖਤ ਤੇ ਬਿਠਾ ਦਿੱਤਾ ਏ, ਸਗੋਂ ਲੱਗੀ ਏ ਉਲਟਾ ਰੋਹ ਪਾਣ। ਕੁੱਤੇ ਨੂੰ ਖੀਰ ਨਹੀਂ ਪਚਦੀ ਹੁੰਦੀ। ਇਹੋ ਤੇ ਮੈਂ ਕਹਿੰਨੀ ਆ, ਕੁੱਤੇ ਨੂੰ ਖੀਰ ਨਹੀਂ ਪਚੀ। ਕਹਿੰਦੀ ਹੋਈ ਗੰਗਾ ਦੇਈ ਫਿਰ ਉਸਦੇ ਸਾਹਮਣੇ ਤਨ ਕੇ ਆ ਖੜੋਤੀ, ਮੈਂ ਇਸ ਕੁੱਤੇ ਦੀਆਂ ਨਾਸਾਂ ਵਿੱਚੋਂ ਖੀਰ ਨਾ ਕੱਢੀ ਤਾਂ ਪਿਓ ਦੀ ਜੰਮੀ ਹੋਈ ਨਾ ਆਖੀ। ਬਸ ਜ਼ੋਰ ਦੀ ਇੱਕ ਥੱਪੜ ਗੰਗਾ ਦੇਈ ਦੇ ਗਲ ਤੇ ਮਾਰਦਿਆਂ ਹੋਇਆਂ ਉਹਨਾਂ ਕਿਹਾ, ਹੋਰ ਇੱਕ ਲਫ਼ਜ਼ ਵੀ ਮੂੰਹੋਂ ਬੋਲੀ ਤਾਂ ਇੱਥੇ ਹੀ ਜਾਨ ਕੱਢ ਦਿਆਂਗਾ। ਜਾਣਦੀ ਨਹੀਂ ਮੈਨੂੰ? ਜਾਣਦੀ ਆ। ਮਾਰ ਖਾਣ ਤੋਂ ਬਾਅਦ ਵੀ ਉਸੇ ਨਿਰਭੈਤਾ ਨਾਲ ਗੰਗਾ ਦੇਈ ਬੋਲਦੀ ਗਈ, ਜਾਣਨੀ ਆ ਤੂੰ ਚੰਡਾਲ ਐ, ਬਗਾਨੀਆਂ ਤਰੀਮਤਾਂ ਦੀ ਇੱਜ਼ਤ ਲੁੱਟਣ ਵਾਲਾ ਡਾਕੂ ਏ, ਤੂੰ ਖੂਨੀ ਏ। ਮੈਂ ਅੱਜੋਂ ਹੀ ਗਲੀ ਗਲੀ ਹੋਕਾ ਫੇਰ ਕੇ ਤੇਰਾ ਮੂੰਹ ਕਾਲਾ ਨਾ ਕੀਤਾ ਤਾਂ ਮੇਰਾ ਨਾਂ ਵਟਾ ਛੱਡੀ। ਮੈਂ ਤੈਨੂੰ ਅਦਾਲਤ ਵਿੱਚ ਖੜਾ ਕਰਕੇ ਇਸ ਬੇਇੱਜ਼ਤੀ ਦਾ ਬਦਲਾ ਲਵਾਂਗੀ। ਤੂੰ ਵੀ ਹੁਣ ਗੱਦੀ ਲਾ ਕੇ ਕਥਾ ਨਹੀਂ ਕਰੇਗਾ, ਸੁਣਿਆ ਹੀ? ਉਹ ਬਸ ਵੀ ਕਰ, ਹੱਸ ਕੇ ਸੰਤ ਬੋਲੇ, ਵੱਡੀ ਅਕਾਬਰ ਰਹਿ ਗਈ ਏ ਤੂੰ। ਤੇਰੇ ਵਰਗਿਆਂ ਨੂੰ ਮੈਂ ਚੁਟਕੀ ਵਿੱਚ ਮਲ ਕੇ ਸੁੱਟ ਦਿਆਂ। ਇੱਥੇ ਵੱਡੇ ਵੱਡੇ ਖੱਬੀ ਖਾਨਾਂ ਦੀਆਂ ਸਾਲੀਆਂ ਦਾ ਉੱਡਦਿਆਂ ਪਤਾ ਨਹੀਂ ਲੱਗਦਾ, ਤੂੰ ਕਿਸ ਦੀ ਪਾਣੀ ਹਾਰ ਹੈ। ਕਹਿੰਦਿਆਂ ਸੰਤਾਂ ਨੇ ਫਿਰ ਧੱਕਾ ਦੇ ਕੇ ਗੰਗਾ ਦੇਈ ਨੂੰ ਫਰਸ਼ ਤੇ ਚੁਫਾਲ ਡੇਗ ਦਿੱਤਾ ਤੇ ਆਪ ਕਮਰਿਓਂ ਬਾਹਰ ਨਿਕਲ ਕੇ ਝਟਪਟ ਬਾਹਰੋਂ ਕੁੰਡਾ ਮਾਰ ਦਿੱਤਾ। ਹੇਠਾਂ ਉਤਰ ਕੇ ਉਹਨਾਂ ਆਪਣੇ 2-3 ਸੇਵਾਦਾਰ ਨੂੰ ਕੁਝ ਸਮਝਾਇਆ, ਜੇਬ ਵਿੱਚੋਂ ਇੱਕ ਕੁੰਜੀ ਕੱਢੀ ਤੇ ਫੜਾ ਕੇ ਉਹਨਾਂ ਨੂੰ ਉੱਪਰ ਭੇਜ ਦਿੱਤਾ। ਇਸ ਤੋਂ ਬਾਅਦ ਉੱਪਰਲੇ ਕਮਰੇ ਵਿੱਚ 2-3 ਚੀਕਾਂ ਸੁਣਾਈ ਦਿੱਤੀਆਂ ਤੇ ਫਿਰ ਚੁੱਪ ਚਾਂ ਹੋ ਗਈ। ਅੰਕ 24ਵਾਂ। ਸ਼ਾਮ ਦੇ ਕੋਈ 5 ਵਜੇ ਮਨੋਰਮਾ ਘਰ ਪੁੱਜੀ। ਲੱਕੜ ਦੀ ਫੱਟੀ ਜਿਹੜੀ ਬੂਹੇ ਦੇ ਤਾਕ ਨੂੰ ਬੰਦ ਕਰਨ ਲਈ ਚੁਖਾਟ ਵਿੱਚ ਫਸਾ ਕੇ ਗਈ ਸੀ, ਉਸਨੇ ਹਟਾਈ ਤੇ ਬੂਹਾ ਖੋਲ੍ਹਿਆ। ਇਹ ਉਸਦਾ ਜਿੰਦਰਾ ਸੀ। ਉਸਨੇ ਚੁੱਲ੍ਹੇ ਤੇ ਦਾਲ ਧਰੀ ਤੇ ਪ੍ਰਾਂਤ ਵਿੱਚ ਆਟਾ ਗੁੰਨਿਆ। ਇਸ ਤੋਂ ਪਤੀ ਨੂੰ ਉਡੀਕਣ ਲੱਗੇ। ਰੂਪ ਲਾਲ ਅੰਦਰ ਲੰਘਿਆ। ਉਸਦਾ ਚਿਹਰਾ ਅੱਜ ਹੋਰ ਵੀ ਉਤਰਿਆ ਹੋਇਆ ਸੀ। ਉਹ ਸੋਚਦਾ ਆਇਆ ਸੀ ਕਿ ਘਰ ਦੇ ਬੂਹੇ ਅੱਗੇ ਜ਼ਰੂਰ ਪੁਲਿਸ ਆਈ ਬੈਠੀ ਹੋਏਗੀ, ਪਰ ਇਸ ਦਾ ਕੋਈ ਚਿੰਨ੍ਹ ਨਾ ਵੇਖ ਕੇ ਤੇ ਮਨੋਰਮਾ ਦੇ ਚਿਹਰੇ ਉੱਤੇ ਖਾਸ ਤੌਰ ਤੇ ਕੁਝ ਖੇੜਾ ਵੇਖ ਕੇ ਉਸਦੇ ਦਿਲ ਨੂੰ ਖਲਿਆਰ ਹੋਈ। ਉਹ ਆਉਂਦਾ ਹੀ ਸਦਾ ਵਾਂਗ ਮੰਜੇ ਤੇ ਲੇਟ ਗਿਆ ਤੇ ਆਪਣੇ ਠਰੇ ਹੋਏ ਅੰਗਾਂ ਨੂੰ ਉਸਨੇ ਇੱਕ ਗੁੱਥੜ ਜਿਹੀ ਰਜ਼ਾਈ ਵਿੱਚ ਲੁਕਾ ਲਿਆ। ਚੁੱਲ੍ਹੇ ਪਾਸੋਂ ਉੱਠ ਕੇ ਮਨੋਰਮਾ ਪਤੀ ਕੋਲ ਆ ਬੈਠੀ ਤੇ ਆਪਣੀ ਸੰਜੀਵਨੀ ਮੁਸਕਰਾਹਟ ਨਾਲ ਉਸਦੇ ਮੁਰਝਾਏ ਦਿਲ ਨੂੰ ਖੇੜਦੀ ਹੋਈ ਬੋਲੀ, ਥੱਕ ਗਏ ਹੋ? ਉਰੇ ਕਰੋ ਲੱਤਾਂ ਘੁੱਟਦਿਆਂ। ਤੇ ਉਹ ਰਜਾਈ ਵਿੱਚ ਬਾਹਾਂ ਵਾੜ ਕੇ ਰੂਪ ਲਾਲ ਦੀਆਂ ਲੱਤਾਂ ਘੁੱਟਣ ਲੱਗੀ। ਉਸ ਕੋਲ ਆਪਣੇ ਦੁਖੀ ਪਤੀ ਨੂੰ ਪ੍ਰਸੰਨ ਕਰਨ ਲਈ ਛੋਟੇ ਇਸ ਮੁਸਕਰਾਹਟ ਦੇ ਜਾਦੂ ਅਤੇ ਸੇਵਾ ਦੀ ਔਖਦੀ ਤੋਂ ਹੋਰ ਹੈ ਹੀ ਕੀ ਸੀ। ਰੂਪ ਲਾਲ ਦਾ ਪਿੰਡਾ ਠੰਡਾ ਸੀ, ਪਰ ਮੱਥਾ ਗਰਮ ਤੇ ਖੰਘ ਵੀ ਅੱਗੇ ਨਾਲੋਂ ਵਧੇਕ ਆ ਰਹੀ ਸੀ। ਕੁਝ ਚਿਰ ਬਾਅਦ ਉਹ ਰਸੋਈ ਵਿੱਚ ਜਾ ਪਹੁੰਚੀ। ਪਤੀਲੀ ਉਤਾਰ ਕੇ ਉਸਨੇ ਚੁੱਲ੍ਹੇ ਤੇ ਤਵਾ ਧਰਿਆ ਤੇ ਪਤੀ ਪਾਸ ਜਾ ਕੇ ਉਸਦਾ ਹੱਥ ਘੁੱਟਦੀ ਹੋਈ ਪਿਆਰ ਨਾਲ ਉਸਨੂੰ ਚੌਂਕੇ ਵਿੱਚ ਲੈ ਆਈ। ਰੂਪ ਲਾਲ ਨੇ ਫੁਲਕੇ ਨਾਲੋਂ ਪਹਿਲੀ ਹੀ ਗਰਾਹੀ ਤੋੜੀ ਸੀ ਕਿ ਬਾਹਰੋਂ ਆਵਾਜ਼ ਆਈ, ਰੂਪੇ ਓਏ ਰੂਪੇ, ਨਿਕਲ ਬਾਹਰ ਛੇਤੀ ਹੋ। ਉਹ ਮੇਰਿਆ ਰੱਬਾ। ਫਿਰ ਉਹੀ ਮਨਹੂਸ ਮੁਨਸ਼ੀ ਰੂਪ ਲਾਲ ਦੇ ਮੂੰਹੋਂ ਨਿਕਲਿਆ ਤੇ ਉਸਦੇ ਹੱਥ ਵਿੱਚ ਫੜੀ ਹੋਈ ਗਰਾਹੀ ਥਾਲੀ ਵਿੱਚ ਡਿੱਗ ਪਈ। ਉਸਦੀ ਭੁੱਖ ਜਾਂਦੀ ਰਹੀ। ਦੋਵੇਂ ਅੱਗੜ ਪਿੱਛੜ ਬਾਹਰ ਨਿਕਲੇ। ਦੋਹਾਂ ਦੇ ਦਿਲ ਧੜਕ ਰਹੇ ਸਨ। ਮੁਨਸ਼ੀ ਦੀਆਂ ਅੱਖਾਂ ਕਰੋਧ ਨਾਲ ਲਾਲ ਸਨ। ਉਸਦਾ ਉਤਲਾ ਬੁੱਲ ਹਜੇ ਤੀਕ ਸੁੱਜਿਆ ਹੋਇਆ ਸੀ। ਉਹ ਗਜਬ ਭਰੀ ਆਵਾਜ਼ ਵਿੱਚ ਬੋਲਿਆ, ਚੱਲ ਤੈਨੂੰ ਲਾਲਾ ਜੀ ਨੇ ਸੱਦਿਆ ਏ। ਰੂਪ ਲਾਲ ਦੀ ਜ਼ੁਬਾਨ ਖੁਸ਼ਕ ਹੋ ਗਈ। ਤਾਂ ਵੀ ਉਹ ਸੋਚਣ ਲੱਗਾ, ਸ਼ੁਕਰ ਹੈ ਲਾਲਾ ਜੀ ਨੇ ਸੱਦਿਆ ਏ, ਥਾਣੇਦਾਰ ਨਹੀਂ ਸੱਦਿਆ। ਫਿਰ ਵੀ ਉਸਦਾ ਦਿਲ ਡੁੱਬਦਾ ਜਾਂਦਾ ਸੀ ਕਿ ਖਬਰੇ ਹੁਣ ਕੀ ਬਾਬ ਹੁੰਦੀ ਏ। ਉਸਦੇ ਕੁਝ ਕਹਿਣ ਤੋਂ ਪਹਿਲਾਂ ਹੀ ਮਨੋਰਮਾ ਦਲੇਰੀ ਨਾਲ ਅਗਾਂਹ ਹੋ ਕੇ ਬੋਲੀ, ਕੀ ਕਹਿੰਦਾ ਏ ਲਾਲਾ ਤੇਰਾ? ਫਾਹੇ ਦੇ ਦੇਵੇਗਾ ਸਾਨੂੰ। ਕਿਰਾਏ ਵਿੱਚੋਂ 9 ਰੁਪਏ ਤੂੰ ਸਵੇਰੇ ਲੈ ਗਿਆ ਤੇ ਬਾਕੀ ਦੇ 2 ਦਿਨਾਂ ਵਿੱਚ ਦੇ ਦਿਆਂਗੇ। ਅਸੀਂ ਤੇਰੇ ਲਾਲੇ ਦੀ ਰਈਅਤ ਨਹੀਂ ਵਸਦੇ ਜੋ ਐਡਾ ਰੋਬ। ਰੂਪ ਲਾਲ ਨੇ ਬਦੋਬਦੀ ਮਨੋਰਮਾ ਨੂੰ ਉਸਦੇ ਮੂੰਹ ਅੱਗੇ ਹੱਥ ਦੇ ਕੇ ਚੁੱਪ ਕਰਾਇਆ ਤੇ ਉਸਨੂੰ ਘਰ ਅੰਦਰ ਧੱਕਦਾ ਹੋਇਆ ਹੱਥ ਜੋੜ ਮੁਨਸ਼ੀ ਨੂੰ ਕਹਿਣ ਲੱਗਾ, ਮੁਨਸ਼ੀ ਜੀ, ਮੈਂ ਸਵੇਰ ਦੇ ਕਸੂਰ ਦੀ ਤੁਹਾਡੇ ਪਾਸੋਂ ਮਾਫੀ ਮੰਗਣਾ ਵਾਂ। ਇਸ ਬੇਸਮਝ ਔਰਤ ਨੂੰ ਮੈਂ ਕੀ ਕਹਾਂ? ਤੁਹਾਡੀ ਇਹ ਬਕ-ਬਕ ਦਾ ਖਿਆਲ, ਤੁਸੀਂ ਇਹਦੀ ਬਕ-ਬਕ ਦਾ ਖਿਆਲ ਨਾ ਕਰੋ। ਬਸ ਮੁਨਸ਼ੀ ਕੜਕ ਕੇ ਬੋਲਿਆ, ਬੰਦ ਕਰ ਇਹ ਲੈਕਚਰਬਾਜੀ। ਮੈਂ ਕਿਰਾਇਆ ਮੰਗਣ ਨਹੀਂ ਆਇਆ ਤੇਰੇ ਕੋਲੋਂ, ਮਾਲਕਾਂ ਦੇ ਹੁਕਮ ਦੀ ਤਾਮੀਲ ਕਰਾਉਣ ਆਇਆ ਵਾਂ। ਅੱਗੇ ਹੁਣ ਤੇਰੀ ਮਰਜ਼ੀ ਏ, ਸਿੱਧੀ ਤਰ੍ਹਾਂ ਤੁਰ ਭਾਵੇਂ ਦੂਜੀ ਤਰ੍ਹਾਂ। ਮਨੋਰਮਾ ਫਿਰ ਅੰਦਰੋਂ ਤੇਜ਼ੀ ਨਾਲ ਨਿਕਲ ਆਈ ਤੇ ਬਦੋਬਦੀ ਦੋਹਾਂ ਦੇ ਵਿਚਕਾਰ ਹੋ ਕੇ ਮੁਨਸ਼ੀ ਨੂੰ ਬੋਲੀ, ਉਸਨੇ ਕੋਈ ਮੂੰਹ ਪਾ ਲੈਣਾ ਏ ਸਾਨੂੰ, ਚੱਲ ਅਸੀਂ ਦੋਵੇਂ ਚੱਲਨੇ ਆਂ।
ਤੇ ਪਤੀ ਨੂੰ ਕਹਿਣ ਲੱਗੀ, ਤੁਸੀਂ ਡਰਦੇ ਕਿਉਂ ਜੇ? ਅਸਾਂ ਕਿਸੇ ਦਾ ਕੁਝ ਮਾਰ ਕੇ ਨਹੀਂ ਖਾਦਾ। ਚਲੋ ਮੈਂ ਤੁਹਾਡੇ ਨਾਲ ਚੱਲਣੀ ਆ। ਕੋਈ ਜੰਮਿਆ ਵੇ ਤੁਹਾਡੀ ਵਾਵਲ ਤੱਕਣ ਵਾਲਾ। ਰੂਪ ਲਾਲ ਨੂੰ ਹੌਸਲਾ ਹੋ ਗਿਆ ਤੇ ਉਹ ਮੁਨਸ਼ੀ ਨਾਲ ਜਾਣ ਨੂੰ ਤਿਆਰ ਹੋ ਪਿਆ। ਮੁਨਸ਼ੀ ਨੂੰ ਮਨੋਰਮਾ ਦੀਆਂ ਗੱਲਾਂ ਪੱਛਾਂ ਉੱਤੇ ਲੂਣ ਵਾਂਗ ਲੱਗ ਰਹੀਆਂ ਸਨ। ਉਸ ਨੂੰ ਕਹਿਣ ਲੱਗਾ, ਚਿੜ ਨਾ ਕਰ ਬਹੁਤੀ, ਜਾਣਨੀ ਏ ਤੇਰੀ ਸਵੇਰ ਵਾਲੀ ਗੁਸਤਾਖੀ ਦਾ ਕੀ ਨਤੀਜਾ ਹੋਵੇਗਾ। ਮਨੋਰਮਾ ਨੇ ਆਪਣੇ ਸੜੇ ਹੋਏ ਦਿਲ ਦਾ ਧੂੰਆਂ ਇਸ ਤਰ੍ਹਾਂ ਕੱਢਣਾ ਸ਼ੁਰੂ ਕੀਤਾ, ਜਾਣਨੀ ਆ ਨਤੀਜਾ? ਸਾਡਾ ਕੋਈ ਕੀ ਕਰ ਲਵੇਗਾ? ਅੱਗੇ ਕਿਹੜੇ ਝੂਲਣੇ ਪਏ ਝੂਲਣੇ ਐ ਇੱਥੇ, ਮੌਤ ਨਾਲ ਘੋਲ ਕਰਨ ਡਏ ਆ। ਬਾਕੀ ਰਹਿੰਦੀ ਕਸਰ ਤੂੰ ਪੂਰੀ ਕਰ ਲੈ, ਜਾਂ ਸਾਨੂੰ ਫਾਹੇ ਲਵਾ ਦੇ ਜਾ ਕੇ। ਰੂਪ ਲਾਲ ਨੇ ਫਿਰ ਸਮਝਾ ਬੁਝਾ ਕੇ ਉਹਨੂੰ ਅੰਦਰ ਧੱਕਿਆ ਤੇ ਆਪ ਮੁਨਸ਼ੀ ਦੇ ਨਾਲ ਤੁਰ ਪਿਆ। ਮਨੋਰਮਾ ਵੀ ਮਗਰੇ ਨੱਠੀ, ਪਰ ਰੂਪ ਲਾਲ ਜਾਣਦਾ ਸੀ ਕਿ ਉੱਥੇ ਜਾ ਕੇ ਇਸ ਦਾ ਕ੍ਰੋਧ ਬਲਦੀ ਉੱਤੇ ਤੇਲ ਦਾ ਕੰਮ ਕਰੇਗਾ। ਉਸਨੇ ਮਿੰਤ ਤਰਲਾ ਕਰਕੇ ਸੋਹਾਂ ਸੁਗੰਧਾ ਪਾ ਕੇ ਕਿਸੇ ਤਰ੍ਹਾਂ ਉਸਨੂੰ ਪਿਛਾਂਹ ਮੋੜਿਆ। ਲੱਤਾਂ ਘਸੀਟਦਾ ਉਹ ਮੁਨਸ਼ੀ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ ਤੇ ਮੁੜ ਮੁੜ ਪਿਛਾਂਹ ਤੱਕਦਾ ਜਾਂਦਾ ਸੀ, ਜੋ ਕਿਤੇ ਫਿਰ ਤਾਂ ਨਹੀਂ ਮਗਰੋਂ ਤੁਰੀ ਆਉਂਦੀ। ਮਨੋਰਮਾ ਬੁੱਤ ਬਣੀ ਬੂਹੇ ਵਿੱਚ ਖੜੀ ਸੀ। ਜਦ ਰੂਪ ਲਾਲ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਉਹ ਠੰਡਾ ਸਾਹ ਭਰ ਕੇ ਅੰਦਰ ਵੜੀ। ਥਾਲੀ ਵਿੱਚ ਪਾਈ ਹੋਈ ਰੋਟੀ ਠੰਡੀ ਹੋ ਚੁੱਕੀ ਸੀ। ਛੇਕੜਲਾ ਫੁਲਕਾ ਜਿਹੜਾ ਹਜੇ ਤਵੇ ਤੇ ਸੀ ਸੜ ਕੇ ਕੋਲਾ ਹੋ ਗਿਆ ਸੀ। ਉਸਨੇ ਅਰਮਾਨ ਭਰੀ ਨਜ਼ਰ ਨਾਲ ਥਾਲੀ ਵੱਲ ਤੱਕਿਆ ਤੇ ਫਿਰ ਉਸਨੂੰ ਚੁੱਕ ਕੇ ਪਰਨੇ ਹੇਠ ਕੱਜ ਦਿੱਤਾ। ਇੱਕ ਵਾਰੀ ਫਿਰ ਉਸਨੇ ਪਤੀ ਦੇ ਮਗਰੇ ਉੱਠ ਨੱਸਣ ਦੀ ਸਲਾਹ ਕੀਤੀ, ਪਰ ਪਤੀ ਦੀ ਪਾਈ ਹੋਈ ਸਿਰ ਦੀ ਸਹੁੰ ਤੋੜ ਨਾ ਸਕੀ। 1 ਘੰਟਾ ਬੀਤ ਗਿਆ। ਮਨੋਰਮਾ ਬਰੂਹਾਂ ਵਿੱਚ ਖੜੀ ਸੀ। ਅਖੀਰ ਉਡੀਕ ਦੀ ਮਿਆਦ ਪੁੱਗੀ। ਰੂਪ ਲਾਲ ਕਾਲੇ ਕਦਮ ਪੁੱਟਦਾ ਹੋਇਆ ਆ ਰਿਹਾ ਸੀ। ਇਤਨੀ ਤੇਜ਼ੀ ਕਿਉਂ? ਕੀ ਕਿਸੇ ਆਉਣ ਵਾਲੀ ਮੁਸੀਬਤ ਦੀ ਸੂਚਨਾ ਹੈ? ਮਨੋਰਮਾ ਇਹੋ ਸੋਚ ਰਹੀ ਸੀ ਕਿ ਰੂਪ ਲਾਲ ਉਸਦੇ ਕੋਲ ਆ ਪੁੱਜਾ। ਉਸਦੇ ਚਿਹਰੇ ਉੱਤੇ ਮੁਸਕਰਾਹਟ ਸੀ। ਮਨੋਰਮਾ ਦਾ ਸਾਹ ਛਾਤੀ ਵਿੱਚ ਸਮਾਣਾ ਔਖਾ ਹੋ ਗਿਆ। ਉਸਨੇ ਪੁੱਛਿਆ, ਕਿਉਂ? ਆ ਦੱਸਾਂ, ਕਹਿ ਕੇ ਤੇ ਉਸਦਾ ਹੱਥ ਫੜ ਕੇ ਰੂਪ ਲਾਲ ਘਰ ਅੰਦਰ ਪੁੱਜਾ। ਬੂਹਾ ਲੰਘਦਿਆਂ ਉਸਨੇ ਸਾਹੋ ਹੋ ਕੇ ਕਿਹਾ, ਮਨੋਰਮਾ, ਮੈਨੂੰ ਨੌਕਰੀ ਮਿਲ ਗਈ। ਬੜੀ ਸ਼ਾਨਦਾਰ ਨੌਕਰੀ, 70 ਰੁਪਏ ਮਹੀਨੇ ਦੀ। 70 ਰੁਪਏ ਮਹੀਨੇ ਦੀ? ਮਨੋਰਮਾ ਨੇ ਅੰਦਰਲੀ ਸਾਰੀ ਹਵਾ ਬਾਹਰ ਕੱਢਦਿਆਂ ਕਿਹਾ, ਝੂਠ, ਤੇਰੀ ਸਹੁੰ, ਕਹਿ ਕੇ ਰੂਪ ਲਾਲ ਨੇ ਉਸ ਵੱਲ ਦ੍ਰਿੜ ਭਾਵ ਨਾਲ ਤੱਕਿਆ। ਮਨੋਰਮਾ ਜਾਣਦੀ ਸੀ ਕਿ ਪਤੀ ਉਹਦੀ ਝੂਠੀ ਸਹੁੰ ਕਦੇ ਨਹੀਂ ਚੁੱਕ ਸਕਦਾ। ਕਿਸ ਕੋਲ? ਕਿਹੜੇ ਕੰਮ ਤੇ? ਉਸਨੇ ਉਤਾਵਲੀ ਨਾਲ ਪੁੱਛਿਆ ਤੇ ਅੰਦਰੋਂ ਉਸਦੇ ਦਿਲ ਨੇ ਕਿਹਾ, ਧੰਨ ਸੰਤ ਤੇ ਧੰਨ ਉਹਨਾਂ ਦੀ ਭਵਿੱਖਬਾਣੀ। ਹੱਥਾਂ ਤੇ ਸਰੋਂ ਜੰਮਣ ਵਾਲੀ ਗੱਲ ਹੋਈ। ਰੂਪ ਲਾਲ ਨੇ ਉੱਤਰ ਦਿੱਤਾ, ਮਕਾਨ ਮਾਲਕ ਨੇ ਮੈਨੂੰ 70 ਰੁਪਏ ਮਹੀਨੇ ਤੇ ਪੇਸ਼ ਕੀ ਤਨਖਾਹ, ਸਗੋਂ ਕਹਿੰਦਾ ਸੀ ਹੋਰ ਜਿੰਨੇ ਲੋੜ ਹੋਵੀ ਲੈ ਜਾਵੀਂ। ਕਹਿੰਦਿਆਂ ਦਸਾਂ ਦੇ 7 ਨੋਟ ਉਸਨੇ ਮਨੋਰਮਾ ਨੂੰ ਫੜਾ ਦਿੱਤੇ ਤੇ ਫਿਰ ਕਹਿਣ ਲੱਗਾ, ਮਨੋਰਮਾ, ਜਦ ਮੈਨੂੰ ਲਾਲਾ ਨੇ ਆਦਰ ਨਾਲ ਆਪਣੇ ਨੇੜੇ ਬਿਠਾ ਲਿਆ ਤਾਂ ਮੁਨਸ਼ੀ ਹੱਕਾ ਬੱਕਾ ਰਹਿ ਗਿਆ, ਤੇ ਜਿਸ ਵੇਲੇ ਲਾਲਾ ਨੇ ਮੈਨੂੰ ਨੌਕਰੀ ਦੇ ਦਿੱਤੀ ਤੇ ਨਾਲ ਰੁਪਈਏ ਵੀ, ਫਿਰ ਤਾਂ ਮੁਨਸ਼ੀ ਹੋਰਾਂ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ। ਬਦਜਾਤ ਰੋਜ਼ ਆ ਕੇ ਰੋਬ ਜਮਾਉਂਦਾ ਸੀ। ਉਹਨੂੰ ਕੀ ਪਤਾ ਸੀ ਕਿ ਜਿਸਨੂੰ ਉਹ ਰੋਜ਼ ਜਾ ਕੇ ਕਿਰਾਏ ਲਈ ਬੇਇੱਜ਼ਤ ਕਰਦਾ ਹੈ, ਉਸਨੇ ਇੱਕ ਦਿਨ ਉਸਦਾ ਅਫਸਰ ਬਣ ਜਾਣਾ ਹੈ। ਤੁਸੀਂ ਉਸਦੇ ਅਫਸਰ? ਮਨੋਰਮਾ ਨੇ ਖੁਸ਼ੀ ਭਰੀ ਹੈਰਾਨੀ ਨਾਲ ਪੁੱਛਿਆ। ਫਖਰ ਦੀ ਹਵਾ ਨਾਲ ਛਾਤੀ ਫੁਲਾ ਕੇ ਰੂਪ ਲਾਲ ਬੋਲਿਆ, ਤੇ ਹੋਰ ਕੀ, ਮੇਰੀ ਤਨਖਾਹ 70 ਰੁਪਏ ਤੇ ਉਹਦੀ 30 ਰੁਪਏ। ਉਹ ਤਾਂ ਸਿਰਫ ਕਿਰਾਇਆ ਉਗਰਾਉਣ ਤੇ ਹੀ ਰੱਖਿਆ ਹੋਇਆ ਏ। ਮੇਰੇ ਹੱਥ ਵਿੱਚ ਹੋਵੇਗਾ ਫਰਮ ਦਾ ਹਿਸਾਬ ਕਿਤਾਬ। ਮਨੋਰਮਾ ਬੋਲੀ, ਤੁਸੀਂ ਰੋਜ਼ ਕਹਿੰਦੇ ਸਾਂ ਮਕਾਨ ਮਾਲਕ ਬੜਾ ਜ਼ਾਲਮ ਹੈ, ਤਾਂ ਤੇ ਉਹ ਦੇਵਤਾ ਨਿਕਲਿਆ। ਮੈਨੂੰ ਕੀ ਪਤਾ ਸੀ? ਮੈਂ ਕਿਹੜਾ ਕਦੇ ਡਿੱਠਾ ਸੀ? ਕਿਰਾਏਦਾਰ ਹੀ ਕਹਿੰਦੇ ਰਹਿੰਦੇ ਸਨ। ਉਹ ਤੇ ਮਨੋਰਮਾ ਸੱਚਮੁੱਚ ਕੋਈ ਰੱਬ ਦਾ ਪਿਆਰਾ ਏ, ਬੜਾ ਭਗਤੀ ਭਾਵ ਵਾਲਾ ਆਦਮੀ ਜਾਪਦਾ ਏ। ਗੱਦੀ ਤੇ ਬੈਠਾ ਵੀ ਮਾਲਾ ਹੱਥੋਂ ਨਹੀਂ ਛੱਡਦਾ। ਹਾਂ ਸੱਚ, ਜਿਹੜੀ ਸਭ ਤੋਂ ਵੱਡੀ ਗੱਲ ਦੱਸਣ ਵਾਲੀ ਸੀ, ਉਹ ਤੇ ਮੈਂ ਤੈਨੂੰ ਦੱਸੀ ਨਹੀਂ। ਕਹਿੰਦਾ ਸੀ ਉਹ ਗੰਦੇ ਮਕਾਨ ਨੂੰ ਛੱਡ ਦਿਓ, ਮੈਂ ਕੱਲ ਹੀ ਕੋਈ ਚੰਗਾ ਮਕਾਨ ਤੁਹਾਨੂੰ ਖਾਲੀ ਕਰਾ ਦਿਆਂਗਾ। ਸਵੇਰੇ ਜਾ ਕੇ ਕੰਮ ਦਾ ਚਾਰਜ ਲੈਣਾ ਏ। ਪਹਿਲਾਂ ਮੇਰੇ ਕੱਪੜਿਆਂ ਦਾ ਫਿਕਰ ਕਰ, ਗਲ ਵਾਲੇ ਤੇ ਸਾਰੇ ਲੀਰਾਂ ਹੋਏ ਪਏ ਨੇ। ਮਨੋਰਮਾ ਨੂੰ ਹੁਣ ਤੱਕ ਇਸ ਗੱਲ ਦਾ ਚੇਤਾ ਹੀ ਨਹੀਂ ਸੀ ਕਿ ਦਫ਼ਤਰ ਦੀ ਕੁਰਸੀ ਤੇ ਬੈਠਣ ਲਈ ਚੰਗੇ ਕੱਪੜਿਆਂ ਦਾ ਹੋਣਾ ਜ਼ਰੂਰੀ ਹੈ। ਉਹ ਬੋਲੀ, ਕੱਪੜਾ ਤੇ ਚੱਜ ਦਾ ਕੋਈ ਵੀ ਨਹੀਂ। ਚੰਗਾ, ਮੈਂ ਹੁਣੇ ਬਾਜ਼ਾਰ ਜਾਣਾ ਵਾਂ ਤੇ ਕੱਪੜਾ ਲੈ ਕੇ ਦਰਜੀ ਨੂੰ ਦੇ ਆਉਣਾ ਵਾਂ। ਮਨੋਰਮਾ ਦੀ ਖੁਸ਼ੀ ਦਾ ਕੌਣ ਵਰਣਨ ਕਰ ਸਕਦਾ ਸੀ। ਉਸਨੇ ਬਹਿਬਲ ਬਾਹਾਂ ਪਤੀ ਦੇ ਗਲ ਵਿੱਚ ਪਾ ਕੇ ਕਿਹਾ, ਅਖੀਰ ਸਾਡੀ ਸੁਣੀ ਲਈ ਰੱਬ ਨੇ। ਮੈਂ ਗੋਤਿਆਂ ਵਿੱਚ ਪਈ ਰਹੀ। ਮੈਂ ਆਖਾਂ ਖਬਰੇ ਕੀ ਬਾਬ ਹੁੰਦੀ ਏ ਸਾਡੇ ਖਸਮਾਂ ਨੂੰ ਖਾਣਾ ਮੁਨਸ਼ੀ ਭੂਤਿਆ ਹੋਇਆ ਏ। ਇਹਨੇ ਕਿੱਥੇ ਸੁੱਖ ਗੁਜ਼ਾਰਨੀ ਏ। ਚੱਲ ਪਹਿਲਾਂ ਰੋਟੀ ਖਾ ਲਈਏ, ਫਿਰ ਜਾਵਾਂਗਾ ਕੱਪੜੇ ਸਵਾਉਣ, ਉਸਨੇ ਆਪਣੀ ਸਾਥਣ ਨੂੰ ਕਿਹਾ ਤੇ ਦੋਵੇਂ ਦੂਜੀ ਵੇਰਾਂ ਚੌਂਕੇ ਵਿੱਚ ਜਾ ਬੈਠੇ। ਰੋਟੀ ਠੰਡੀ ਹੋ ਚੁੱਕੀ ਸੀ, ਮੁੜ ਕੇ ਤਿਆਰ ਕੀਤੀ ਗਈ। ਰੋਟੀ ਖਾਣ ਤੋਂ ਬਾਅਦ ਰੂਪ ਲਾਲ 10 ਦੇ 2 ਨੋਟ ਮਨੋਰਮਾ ਤੋਂ ਲੈ ਕੇ ਬਾਹਰ ਨਿਕਲ ਗਿਆ।
ਮਨੋਰਮਾ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ, ਬੂਟ ਵੀ ਲੈਂਦੇ ਆਉਣਾ, ਜਰਾਬਾਂ ਵੀ, ਨਾਲ ਇੱਕ ਚੰਗਾ ਗਰਮ ਕੰਬਲ ਵੀ, ਰੁਪਏ ਹੋਰ ਲੈ ਜਾਓ। ਤਾਂ ਉਸਨੇ ਇੱਕ ਨੋਟ ਹੋਰ ਬਦੋ ਬਦੀ ਫੜਾ ਦਿੱਤਾ। ਧੰਨਵਾਦ।